हेलो डियर स्टूडेंट्स। ਅੱਜ ਅਸੀਂ ਸਾਡਾ ਲੈਸਨ ਜਿਹੜਾ ਅਸੀਂ ਸ਼ੁਰੂ ਕੀਤਾ ਸੀਗਾ ਦਾ ਹੋਮ ਕਮਿੰਗ ਉਹਨੂੰ ਕੰਟੀਨਿਊ ਕਰਾਂਗੇ ਬਾਈ। ਤਾਂ ਦੇਖੋ, ਵੈਨ ਦੇ ਰੀਚਡ ਕਲਕੱਤਾ ਫਟਿਕ ਮੈਟ ਹਿਜ਼ ਆਂਟ ਫॉर ਫਸਟ ਟਾਈਮ। ਜਦੋਂ ਉਹ ਕਲਕੱਤਾ ਪਹੁੰਚੇ ਫਟਿਕ ਆਪਣੀ ਆਂਟੀ ਮਾਮੀ ਨੂੰ ਫਸਟ ਟਾਈਮ ਮਿਲਿਆ, ਪਹਿਲੀ ਵਾਰ ਮਿਲਿਆ। ਠੀਕ ਹੈ ਵੀ। ਸ਼ੀ ਵਾਸ ਬਾਈ ਨੋ ਮੀਨਸ ਪਲੀਜ਼ਡ ਵਿਦ ਦਿਸ ਅਨਨੈਸੈਸਰੀ ਐਡੀਸ਼ਨ ਟੂ ਹਰ ਫੈਮਿਲੀ। ਨੋ ਮੀਨਸ ਕਿਸੇ ਵੀ ਢੰਗ ਨਾਲ ਖੁਸ਼ ਨਹੀਂ ਸੀਗੀ। ਠੀਕ ਹੈ। ਵਿਦ ਦਿਸ ਅਨਨੈਸੈਸਰੀ ਬੇਲੋੜੇ, ਫੈਮਿਲੀ ਦੇ ਵਿੱਚ ਬੇਲੋੜੇ ਇਜ਼ਾਫਾ ਮਤਲਬ ਵਾਧਾ, ਮਤਲਬ ਉਹਦੇ ਪਰਿਵਾਰ ਵਿੱਚ ਇੱਕ ਬੇਲੋੜੇ ਵਾਧੇ ਨਾਲ ਉਹ ਕਿਸੇ ਤਰ੍ਹਾਂ ਵੀ ਖੁਸ਼ ਨਹੀਂ ਸੀ। ਠੀਕ ਹੈ। ਸ਼ੀ ਫਾਊਂਡ ਹਰ ਓਨ 3 boys quite enough to manage without taking anyone else। ਠੀਕ ਹੈ ਵੀ। ਤਾਂ ਉਹ ਕਿਸੇ ਹੋਰ ਨੂੰ ਆਪਣੇ ਪਰਿਵਾਰ ਦੇ ਵਿੱਚ ਮਿਲਾਉਣ ਤੋਂ ਬਿਨਾਂ, ਠੀਕ ਹੈ, ਆਪਣੇ ਤਿੰਨੇ ਪੁੱਤਰਾਂ ਦੀ ਦੇਖਭਾਲ ਕਰਨਾ ਬਹੁਤ ਸਮਝਦੀ ਸੀ ਵੀ ਠੀਕ ਹੈ ਵੀ ਮੈਂ ਤਾਂ ਆਪਦੇ ਜਵਾਕਾਂ ਦੀ ਦੇਖਭਾਲ ਕਰ ਲੂੰ। ਠੀਕ ਹੈ ਬਈ। ਐਂਡ ਟੂ ਬ੍ਰਿੰਗ ਲਿਆਉਣਾ ਵਿਲੇਜ ਲੈਡ ਮੀਨਸ ਲੜਕਾ। ਠੀਕ ਹੈ। ਵਿਲੇਜ ਪਿੰਡ ਆਫ 14 ਸਾਲ ਦਾ ਇਨਟੂ ਦੇਅਰ ਮਿਡੈਸਟ। ਠੀਕ ਹੈ। ਮਿਡੈਸਟ ਮਤਲਬ ਵਿਚਕਾਰ ਜਾਂ ਵਿਚਾਲੇ ਫੈਮਿਲੀ ਦੇ ਵਿੱਚ। ਵਾਸ ਟੈਰੀਬਲੀ ਅਪਸੈਟਿੰਗ। ਠੀਕ ਹੈ। ਕਹਿੰਦਾ ਹੈ ਫਿਰ ਕਹਿੰਦਾ ਵੀ ਇੱਕ 14 ਸਾਲ ਦੇ ਇੱਕ ਪਿੰਡ ਦੇ ਮੁੰਡੇ ਨੂੰ, ਪਿੰਡ ਦੇ ਲੜਕੇ ਨੂੰ, ਲੈਡ ਨੂੰ ਆਪਣੇ ਘਰ ਵਿੱਚ ਲਿਆ ਕੇ ਬਹੁਤ ਨਾਰਾਜ਼ ਸੀਗੀ ਉਹ। ਟੈਰੀਬਲੀ ਅਪਸੈਟਿੰਗ ਬਹੁਤ ਜ਼ਿਆਦਾ ਨਾਰਾਜ਼, ਟੈਰੀਬਲੀ ਬਹੁਤ ਜ਼ਿਆਦਾ, ਅਪਸੈਟਿੰਗ ਨਾਰਾਜ਼। ਵਿਸ਼ੰਬਰ should really have thought twice। ਠੀਕ ਹੈ। ਵਿਸ਼ੰਬਰ ਕੀ ਹੈ? ਵਿਸ਼ੰਬਰ ਨੂੰ ਸੋਚਣਾ ਚਾਹੀਦਾ ਸੀਗਾ। should really 2 ਵਾਰ ਸੋਚਣਾ ਚਾਹੀਦਾ ਕਿ ਬਿਫੋਰ ਕਮਿਟਿੰਗ ਸੱਚ ਇਨਡਿਸਕ੍ਰੀਸ਼ਨ। ਠੀਕ ਹੈ। ਇਨਡਿਸਕ੍ਰੀਸ਼ਨ ਹੁੰਦਾ ਬਈ ਬੇਸਮਝੀ ਜਾਂ ਮੂਰਖਤਾ। ਮਤਲਬ ਇਸ ਤਰ੍ਹਾਂ ਦੀ ਮੂਰਖਤਾ ਦੀ ਗੱਲ ਕਰਨ ਤੋਂ ਪਹਿਲਾਂ ਵਿਸ਼ੰਬਰ ਨੂੰ 2 ਵਾਰ ਸੋਚਣਾ ਚਾਹੀਦਾ ਸੀਗਾ। ਕਿੰਨੇ ਵਾਰੀ ਬਈ? 2 ਵਾਰ ਸੋਚਣਾ ਚਾਹੀਦਾ ਸੀ। ਠੀਕ ਹੈ ਬਈ। ਹਾਂਜੀ। ਕਹਿੰਦੇ ਬਈ ਇਨ ਦਿਸ ਵਰਲਡ, ਸੰਸਾਰ ਵਿੱਚ, ਦੇਰ ਇਜ਼ ਨੋ ਵਰਸ ਨਾਈਸੈਂਸ। ਮਤਲਬ ਮਾੜੀ ਚੀਜ਼ ਨਹੀਂ ਹੈਗੀ ਕੋਈ। ਦੈਨ ਤੋਂ ਇਹ ਬॉय, ਇੱਕ ਲੜਕਾ ਐਟ ਦੀ ਏਜ ਆਫ 14। ਠੀਕ ਹੈ। ਐਟ ਦੀ ਏਜ ਆਫ 14 ਇਸ ਸੰਸਾਰ ਵਿੱਚ 14 ਸਾਲ ਦੇ ਲੜਕੇ ਤੋਂ ਜ਼ਿਆਦਾ ਹੋਰ ਭੈੜੀ ਚੀਜ਼ ਨਹੀਂ ਹੈ। ਠੀਕ ਹੈ। ਠੀਕ ਹੈ ਬਈ। ਦੇਖੋ ਆ ਦੇਖੋ, ਏਜ ਆਫ 14 ਮਤਲਬ 14 ਸਾਲ ਦੇ ਲੜਕੇ ਤੋਂ ਜ਼ਿਆਦਾ ਹੋਰ ਕੋਈ ਭੈੜੀ ਚੀਜ਼ ਨਹੀਂ ਹੈ। ਠੀਕ ਹੈ ਬਈ। ਹੀ ਇਜ਼ ਨਾਈਦਰ ਔਰਨਾਮੈਂਟਲ ਹੁੰਦਾ ਸੋਹਣਾ, ਨੌਰ ਯੂਜ਼ਫੁਲ
ਯੂਜ਼ਫੁਲ, ਉਹ ਨਾ ਤਾਂ ਆਕਰਸ਼ਕ ਹੁੰਦਾ ਹੈ ਤੇ ਨਾ ਹੀ ਯੂਜ਼ਫੁਲ ਹੁੰਦਾ ਹੈ, ਲਾਹੇਵੰਦ ਹੁੰਦਾ ਹੈ। ਠੀਕ ਹੈ ਬਈ। ਇਟ ਇਜ਼ ਇੰਪੋਸੀਬਲ, ਔਖਾ, ਇੰਪੋਸੀਬਲ ਮਤਲਬ ਹੁੰਦਾ ਹੈ ਅਸੰਭਵ। ਟੂ ਸ਼ੋਰ ਅਫੈਕਸ਼ਨ ਔਨ ਹਿਮ ਐਜ਼ ਔਨ ਸਮਾਲਰ ਬॉय। ਠੀਕ ਹੈ ਬਈ। ਤਾਂ ਕੀ ਕਹਿੰਦਾ ਹੈ, ਕਿਸੇ ਛੋਟੇ ਮੁੰਡੇ ਦੀ ਤਰ੍ਹਾਂ, ਕਿਸੇ ਛੋਟੇ ਲੜਕੇ ਦੀ ਤਰ੍ਹਾਂ, ਠੀਕ ਹੈ, ਉਹਦੇ ਉੱਪਰ ਪਿਆਰ ਦੀ ਵਿਚਾਰ ਕਰਨਾ ਇੰਪੋਸੀਬਲ ਹੁੰਦਾ ਹੈ। ਠੀਕ ਹੈ। ਸ਼ੋਰ ਮਤਲਬ ਵਿਚਾਰ ਕਰਨਾ, ਅਫੈਕਸ਼ਨ ਮਤਲਬ ਪਿਆਰ। ਠੀਕ ਹੈ। ਐਂਡ ਹੀ ਇਜ਼ ਆਲਵੇਜ਼ ਗੈਟਿੰਗ ਇਨ ਦਾ ਵੇ। ਠੀਕ ਹੈ। ਅਤੇ ਗੈਟਿੰਗ ਵੇ ਦਾ ਮਤਲਬ ਮੁਸੀਬਤ ਪਾਉਣਾ ਬਈ, ਉਹ ਹਮੇਸ਼ਾ ਹੀ ਕੀ ਪਾਉਂਦਾ ਰਹਿੰਦਾ, ਮੁਸੀਬਤਾਂ ਪਾਉਂਦਾ ਰਹਿੰਦਾ। ਠੀਕ ਹੈ। ਇਫ ਹੀ ਟਾਕਸ, ਗੱਲ ਕਰਦਾ ਹੈ, ਵਿਦ ਚਿਲਡਿਸ਼ ਲਿਪ, ਹੀ ਇਜ਼ ਕਾਲਡ ਅ ਬੇਬੀ। ਠੀਕ ਹੈ। ਕੀ ਕਹਿੰਦਾ ਵੀ ਜੇਕਰ ਉਹ ਬੱਚੇ ਦੀ ਤਰ੍ਹਾਂ, ਜਿਹੜਾ ਛੋਟਾ ਜਵਾਕ ਹੁੰਦਾ, ਤੋਤਲੀ ਆਵਾਜ਼ 'ਚ ਗੱਲ ਕਰਦਾ ਹੈ ਤਾਂ ਉਹਨੂੰ ਬੱਚਾ ਸਮਝਿਆ ਜਾਂਦਾ ਹੈ। ਠੀਕ ਹੈ। ਚਿਲਡਿਸ਼ ਲਿਪ ਮਤਲਬ ਬੱਚੇ ਦੀ ਤਰ੍ਹਾਂ, ਤੋਤਲੀ ਜ਼ਬਾਨ 'ਚ। ਐਂਡ ਇਫ ਇਨ ਅ ਗਰੋ ਅਪ ਵੇ ਹੀ ਇਜ਼ ਕਾਲਡ ਇੰਪਰਟੀਨੈਂਟ। ਠੀਕ ਹੈ ਬਈ। ਉਹਨੂੰ ਕੀ ਕਿਹਾ ਜਾਂਦਾ ਬਈ, ਇੰਪਰਟੀਨੈਂਟ, ਢੀਠ। ਇੰਪਰਟੀਨੈਂਟ ਹੁੰਦਾ ਢੀਠ। ਜੇਕਰ ਵੱਡਿਆਂ ਦੀ ਤਰ੍ਹਾਂ ਬੋਲਦਾ ਹੈ, ਠੀਕ ਹੈ, ਤਾਂ ਉਹਨੂੰ ਕੀ ਕਰਿਆ ਜਾਂਦਾ ਹੈ, ਢੀਠ ਕਿਹਾ ਜਾਂਦਾ ਹੈ। ਠੀਕ ਹੈ। ਤਾਂ ਜਾਂ ਵਿਅਰਥ ਕਹਿ ਲਓ, ਢੀਠ ਕਿਹਾ ਜਾਂਦਾ ਉਹਨੂੰ। ਠੀਕ ਹੈ ਬਈ। ਅੱਗੇ ਹੈਗਾ ਪੁੱਤ ਇਨਫੈਕਟ। ਅਸਲ ਵਿੱਚ ਟਾਕ ਆਫ ਐਨੀ ਕਾਈਂਡ ਫਰੋਮ ਹਿਮ ਇਜ਼ ਰਿਜ਼ੈਂਟਡ। ਰਿਜ਼ੈਂਟਡ ਦਾ ਮਤਲਬ ਹੁੰਦਾ ਬੁਰਾ ਮੰਨਣਾ, ਬੁਰਾ ਮੰਨਣਾ ਜਾਂ ਬੁਰਾ ਸਮਝਣਾ। ਅਸਲ ਵਿੱਚ ਮਤਲਬ ਉਹਦੀ ਹਰ ਗੱਲ ਨੂੰ ਬੁਰਾ ਸਮਝਿਆ ਜਾਂਦਾ ਹੈ। ਉਹਦੀ ਹਰ ਗੱਲ ਨੂੰ ਕੀ ਸਮਝਿਆ ਜਾਂਦਾ ਹੈ, ਬੁਰਾ ਸਮਝਿਆ ਜਾਂਦਾ ਹੈ। ਦੈਨ ਹੀ ਇਜ਼ ਐਟ ਦਾ ਅਨਅਟਰੈਕਟਿਵ ਗਰੋਇੰਗ ਏਜ। ਹੀ ਇਜ਼ ਐਟ ਦਾ ਅਨਅਟਰੈਕਟਿਵ ਗਰੋਇੰਗ ਏਜ। ਠੀਕ ਹੈ ਬਈ। ਕੀ ਕਹਿੰਦਾ ਹੈ, ਤੇ ਉਹ ਹੁੰਦਾ ਹੈ ਅਨਆਕਰਸ਼ਕ, ਜਾਣੀ ਜਿਹਦੀ ਆਕਰਸ਼ਕ ਨਾ ਹੋਵੇ, ਵੱਧ ਰਹੀ ਉਮਰ ਵਿੱਚੋਂ ਲੰਘ ਰਿਹਾ ਹੁੰਦਾ ਹੈ। ਅਨਆਕਰਸ਼ਕ ਮਤਲਬ ਉਹਦਾ ਚਿਹਰਾ ਮੋਹਰਾ ਦਿੱਖ ਜਿਹੜੀ ਹੁੰਦੀ ਹੈ ਉਹ ਸੋਹਣੀ ਨਹੀਂ ਹੁੰਦੀ ਹੈਗੀ, ਉਸ ਏਜ ਦੇ ਵਿੱਚੋਂ ਉਹ ਲੰਘ ਰਿਹਾ ਹੁੰਦਾ ਹੈ। ਠੀਕ ਹੈ ਬੇਟਾ। ਫਿਰ ਹੈਗਾ ਬਈ ਹੀ ਗਰੋਜ਼ ਆਊਟ ਆਫ ਹਿਸ ਕਲੌਥਸ। ਹੀ grows out of his clothes with indecent, with indecent, indecent ਹੁੰਦਾ ਹੈ indecent haste, ਭੱਦੀ ਤੇਜ਼ੀ ਨਾਲ, ਜਾਣੀ ਬਹੁਤ ਜ਼ਿਆਦਾ ਸਪੀਡ ਦੇ ਨਾਲ। ਠੀਕ ਹੈ। ਤਾਂ ਕੀ ਕਹਿੰਦਾ, ਉਹ ਬੜੀ ਤੇਜ਼ੀ ਨਾਲ ਮਤਲਬ ਕੱਪੜਿਆਂ ਤੋਂ ਬਾਹਰ ਹੋ ਜਾਂਦਾ ਹੈ, ਮਤਲਬ ਉਹ ਛੇਤੀ ਵੱਧਦਾ ਹੈ, ਇਸ ਕਰਕੇ ਉਹਦੇ ਕੱਪੜੇ ਬਹੁਤ ਜਲਦੀ ਛੋਟੇ ਹੋ ਜਾਂਦੇ ਹੈ। ਠੀਕ ਹੈ ਬਈ। ਹਿਜ਼ ਫੇਸ grows suddenly angular and unsightly। ਅਨਸਾਈਟਲੀ ਦਾ ਮਤਲਬ ਹੁੰਦਾ ਕਰੂਪ। ਅਨਸਾਈਟਲੀ ਦਾ ਮਤਲਬ ਕੀ ਹੁੰਦਾ ਹੈ, ਕਰੂਪ। ਤਾਂ ਕਹਿੰਦਾ ਅਚਾਨਕ ਹੀ ਜਿਹੜਾ ਉਹਦਾ ਚਿਹਰਾ ਹੁੰਦਾ ਹੈ ਕਈ ਤਰ੍ਹਾਂ ਨਾਲ ਤਿੱਖਾ ਤੇ ਕੀ ਹੋ ਜਾਂਦਾ ਹੈ, ਕਰੂਪ ਹੋ ਜਾਂਦਾ ਹੈ। ਠੀਕ ਹੈ ਬਈ। ਉਹਦਾ ਜਿਹੜਾ ਫੇਸ ਹੈ ਐਂਗੂਲਰ, ਅਨਸਾਈਟਲੀ, ਜਾਣੀ ਕਦੇ ਤ੍ਰਿਕੋਣਾ ਹੋ ਜਾਂਦਾ ਹੈ। ਠੀਕ ਹੈ ਨਾ। ਇਟ ਇਜ਼ ਈਜ਼ੀ ਟੂ ਐਕਸਕਿਊਜ਼ ਦਾ, ਇਟ ਇਜ਼ ਈਜ਼ੀ ਟੂ ਐਕਸਕਿਊਜ਼ ਦਾ ਸ਼ਾਰਟ ਕਮਿੰਗ ਆਫ ਅਰਲੀ ਚਾਈਲਡਹੁੱਡ। ਠੀਕ ਹੈ ਬਈ। ਕੀ ਕਹਿੰਦਾ ਹੈ, ਕਹਿੰਦਾ ਬਚਪਨ ਦੀਆਂ ਜਿਹੜੀਆਂ ਘਾਟਾਂ ਹੁੰਦੀਆਂ ਨੇ, ਠੀਕ ਹੈ, ਘਾਟਾਂ ਨੂੰ ਸਰਲਤਾ ਨਾਲ ਕੀ ਕੀਤਾ ਜਾਂਦਾ ਬਈ, ਕੀਤਾ ਜਾ ਸਕਦਾ ਹੈ ਸ਼ਾਰਟ। ਇਟ ਇਜ਼ ਈਜ਼ੀ ਟੂ ਐਕਸਕਿਊਜ਼ ਮਤਲਬ ਸਾਫ਼ ਕਰਨਾ ਜਾਂ ਮਾफ़ ਕਰਨਾ, ਹਾਂ ਮਾफ़ ਕਰਨਾ।
ठीक है, ਉਹਨੂੰ ਕੀਤਾ ਜਾ ਸਕਦਾ ਹੈ। ਬਚਪਨ ਦੀਆਂ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਉਹਨਾਂ ਨੂੰ ਕੀ ਕੀਤਾ ਜਾਂਦਾ, ਕਮੀਆਂ ਨੂੰ ਮਤਲਬ ਸਾਫ਼ ਕੀਤਾ ਜਾ ਸਕਦਾ ਹੈ। ਬਟ ਇਟ ਇਜ਼ ਹਾਰਡ ਟੂ ਟੋਲੀਰੇਟ ਸਹਿਣ ਕਰਨਾ ਈਵਨ ਅਨਅਵਾਇਡੇਬਲ ਲੈਪਸਸ ਇਨ ਅ ਬॉय ਆਫ 14। ਤਾਂ ਕੀ ਕਹਿੰਦਾ ਬਈ, ਪਰ ਜਿਹੜਾ 14 ਸਾਲ ਦਾ ਜਵਾਕ ਹੁੰਦਾ ਹੈ ਉਹਦੀਆਂ ਜਿਹੜੀਆਂ ਜ਼ਰੂਰੀ ਕਮਜ਼ੋਰੀਆਂ ਨੇ, ਠੀਕ ਹੈ, ਉਹਨਾਂ ਨੂੰ ਸਹਿਣ ਕਰਨਾ ਕੀ ਹੈ, ਬਹੁਤ ਮੁਸ਼ਕਿਲ ਹੈ। ਇਟ ਇਜ਼ ਹਾਰਡ ਟੂ ਟੋਲੀਰੇਟ ਸਹਿਣ ਕਰਨਾ ਈਵਨ ਅਨਅਵਾਇਡੇਬਲ ਲੈਪਸਸ ਆਫ ਕੀ ਕਹਿੰਦਾ ਹੈ, ਕਮੀਆਂ। ਲੈਪਸਸ ਹੁੰਦਾ ਕਮੀਆਂ ਬਈ, ਜਿਹਨਾਂ ਨੂੰ ਅਨਅਵਾਇਡ ਕੀਤਾ ਜਾ ਸਕਦਾ, ਅਨਅਵਾਇਡੇਬਲ। ਠੀਕ ਹੈ, ਤਾਂ ਉਹਨਾਂ ਨੂੰ ਕੀ ਕੀਤਾ ਜਾ ਸਕਦਾ ਬਈ, ਕੀ ਕੀਤਾ ਜਾ ਸਕਦਾ ਹੈ, ਉਹਨਾਂ ਨੂੰ ਜਾਣੀ ਕਮਜ਼ੋਰੀਆਂ ਨੂੰ ਸਹਿਣ ਕਰਨਾ ਬਹੁਤ ਜ਼ਿਆਦਾ ਕੀ ਹੈ ਪੁੱਤ, ਮੁਸ਼ਕਿਲ ਹੈ। ਠੀਕ ਹੈ, ਫਿਰ ਕੀ ਕਹਿੰਦਾ ਹੈ, ਅੱਗੇ ਦੇਖੋ ਬੇਟਾ। ਹਾਂਜੀ, ਅੱਗੇ ਹੈਗਾ ਬਈ, ਹੀ ਬਿਕਮਸ painfully self-conscious. He becomes painfully self-conscious, and when he talks with elderly people, he is either unduly forward or else so unduly shy that he appears ashamed of his own existence. ਤਾਂ ਕੀ ਕਹਿੰਦਾ ਵੀ, ਹੀ ਬਿਕਮਜ਼ ਪੇਨਫੁਲੀ ਸੈਲਫ ਕੌਨਸ਼ੀਅਸ। ਉਹ ਕੀ ਕਹਿੰਦਾ ਹੈ, ਪੀੜ ਦੀ ਹੱਦ ਤੱਕ ਕੀ ਹੋ ਜਾਂਦਾ ਬਈ, ਉਹ ਆਤਮ ਚੇਤਨ ਹੋ ਜਾਂਦਾ ਹੈ। ਕੀ ਹੋ ਜਾਂਦਾ ਹੈ, ਸੈਲਫ ਕੌਨਸ਼ੀਅਸ ਦਾ ਮਤਲਬ ਆਤਮ ਚੇਤਨ। ਤੇ ਅੱਗੇ ਹੁੰਦਾ ਹੈ, ਐਂਡ ਵੈਨ ਹੀ ਟਾਕਸ ਵਿਦ ਐਲਡਰਲੀ ਪੀਪਲ। ਜਦੋਂ ਉਹ ਕਿਹਦੇ ਨਾਲ ਗੱਲ ਕਰਦਾ ਹੈ, ਮਤਲਬ ਵੱਡੇ ਲੋਕਾਂ ਨਾਲ ਗੱਲ ਕਰਦਾ ਹੈ, ਵੱਡੇ ਮਤਲਬ ਉਮਰ ਦੇ ਵੱਡੇ ਲੋਕਾਂ ਨਾਲ ਗੱਲ ਕਰਦਾ ਹੈ। ਹੀ ਇਜ਼ ਆਈਦਰ ਅਨਡਿਊਲੀ ਫੋਰਵਰਡ, ਜਾਂ ਤਾਂ ਫਿਰ ਉਹ ਅਣਚਾਹੇ ਤੌਰ 'ਤੇ ਕਹਿੰਦਾ, ਅਣਚਾਹੇ ਤੌਰ 'ਤੇ ਮੂੰਹ ਫੱਟ ਹੋ ਜਾਂਦਾ। ਠੀਕ ਹੈ, ਜਾਂ ਤਾਂ ਕਹਿੰਦਾ ਬਹੁਤ ਜ਼ਿਆਦਾ ਬੋਲਣ ਲੱਗ ਜਾਂਦਾ, ਮੂੰਹ ਫੱਟ। ਫੋਰਵਰਡ ਦਾ ਮਤਲਬ ਹੁੰਦਾ ਹੈ, ਅਨਡਿਊਲੀ ਫੋਰਵਰਡ ਦਾ ਮਤਲਬ ਕੀ ਹੁੰਦਾ, ਜ਼ਿਆਦਾ ਬਹੁਤ ਜ਼ਿਆਦਾ ਉਹ ਖੁੱਲ੍ਹ ਕੇ ਬੋਲਦਾ ਹੈ। ਔਰ ਐਲਸ ਸੋ ਅਨਡਿਊਲੀ ਸ਼ਾਈ, ਜਾਂ ਫਿਰ ਉਹ ਕੀ ਹੋ ਜਾਂਦਾ ਬਈ, ਸ਼ਾਈ ਹੋ ਜਾਂਦਾ, ਸ਼ਰਮੀਲਾ ਹੋ ਜਾਂਦਾ। ਠੀਕ ਹੈ, ਦੈਟ ਹੀ ਅਪੀਅਰਸ ਅਸ਼ੇਮਡ ਆਫ ਹਿਜ਼ ਓਨ ਐਗਜ਼ਿਸਟੈਂਸ। ਮਤਲਬ ਉਹ ਆਪਣੀ ਹੋਂਦ 'ਤੇ ਵੀ ਸ਼ਰਮਿੰਦਾ ਹੋ ਜਾਂਦਾ, ਉਹ ਆਪਣੀ ਹੋਂਦ 'ਤੇ ਵੀ ਸ਼ਰਮਿੰਦਾ ਹੋ ਜਾਂਦਾ। ਠੀਕ ਹੈ ਬਈ, ਅੱਗੇ ਦੇਖੋ, ਅੱਗੇ ਦੇਖੋ ਬਈ, ਯੈਟ ਇਟ ਇਜ਼ ਐਟ ਦਿਸ ਏਜ, ਯੈਟ ਦਿਸ ਇਜ਼ ਐਟ ਦਿਸ ਏਜ that in his heart of hearts a young lad most craves recognition and love, and becomes the devoted slave of anyone who shows him consideration. ठीक है भी, रिकोगनीशन का मतलब होंगे पहचान, रिकोगनीशन का मतलब होंगे पहचान, डिवोटेड का मतलब होंगे भी समर्पित। ठीक है, तो क्रेव्स होंगे बई बहुत ज़्यादा इच्छा करना, बहुत ज़्यादा इच्छा करना। कहना फिर भी yet इस उम्र विच एक जिहड़ा जवान बच्चा हुंदा है, मुंडा हुंदा है, मानता ते प्यार पाउण दी बहुत ज़्यादा की करदा है, हार्ट्स ऑफ हार्ट्स। कहना भी वो आपदी कोशिश करदा है भी वो बहुत ज़्यादा उन्होंने मानता मिले, लोग देखण उहदे कन्नी ते उन्होंने
ਪਿਆਰ ਪਾਉਣ ਦੀ ਜ਼ਿਆਦਾ ਤਾਂਘ ਰੱਖਦਾ ਉਹ। ਠੀਕ ਹੈ, ਲੋਕਾਂ ਦੀ ਮਤਲਬ ਉਹਨੂੰ ਵੀ ਲੋਕ ਬੁਲਾਉਣ, ਪਿਆਰ ਸਤਿਕਾਰ ਕਰਨ ਉਹਦਾ। ਅਤੇ ਕਹਿੰਦਾ ਜੇ ਕੋਈ ਵੀ ਉਹਦੇ ਵੱਲ ਜ਼ਿਆਦਾ ਧਿਆਨ ਦਿੰਦਾ, ਠੀਕ ਹੈ, ਜੇਕਰ ਦੇਖੋ ਕਹਿੰਦਾ ਕੀ ਕਹਿੰਦਾ ਹੈ, ਸ਼ੋ ਹਿਮ ਕੰਸੀਡਰੇਸ਼ਨ, ਮਤਲਬ ਜ਼ਿਆਦਾ ਧਿਆਨ ਦਿੰਦਾ ਤਾਂ ਉਹਦਾ ਗੁਲਾਮ ਬਣ ਜਾਂਦਾ ਉਹ। ਕੀ ਬਣ ਜਾਂਦਾ ਉਹਦਾ ਬਈ? ਗੁਲਾਮ ਬਣ ਜਾਂਦਾ, ਦਾਸ ਬਣ ਜਾਂਦਾ ਉਹਦਾ। ਠੀਕ ਹੈ, ਵਟ ਨਨ ਡੇਅਰ ਓਪਨਲੀ ਲਵ ਹਿਮ। ਨਨ ਡੇਅਰ ਓਪਨਲੀ, ਹਾਂ ਕੀ ਹੈ, ਓਪਨਲੀ ਉਹਨੂੰ ਕੋਈ ਵੀ ਕੀ ਕਰਦਾ ਉਹਦੇ ਵੱਲ ਧਿਆਨ ਨਹੀਂ ਦਿੰਦਾ ਹੈਗਾ, ਖੁੱਲ੍ਹੇ ਤੌਰ 'ਤੇ ਉਹਨੂੰ ਕੋਈ ਆਪਣਾ ਪਿਆਰ ਨਹੀਂ ਦਿਖਾਉਂਦਾ ਹੈਗਾ। ਠੀਕ ਹੈ ਬਈ, ਖੁੱਲ੍ਹੇ ਤੌਰ 'ਤੇ। ਫॉर दैट वुड बी रिगार्डेड एज अनड्यू इंडलजेंस एंड देयरफॉर बैड फॉर बॉय। ਕੀ ਕਹਿੰਦਾ ਵੀ ਕਿਉਂ ਨਹੀਂ ਦਿਖਾਉਂਦਾ? ਕਿਉਂਕਿ ਇਹ ਉਹਨੂੰ ਅਕਾਰਨ ਹੀ, ਅਕਾਰਨ, ਬਿਨਾਂ ਕਾਰਨ ਵਿਗਾੜਨ ਵਾਲੀ ਗੱਲ ਸਮਝੀ ਜਾਵੇਗੀ। ਸੋ what with scolding and chiding, he becomes very much like a stray dog that has lost his master, that has lost his master। ਠੀਕ ਹੈ, ਸਕੋਲਡਿੰਗ ਹੁੰਦਾ ਬਈ ਡਾਂਟਣਾ, ਤੇ ਚਾਈਡਿੰਗ ਹੁੰਦਾ ਝਿੜਕਣਾ, ਇਹ ਵੀ ਹੁੰਦਾ। ਠੀਕ ਹੈ ਬਈ, ਕਹਿੰਦਾ ਵੀ ਇਸ ਤਰ੍ਹਾਂ ਕੀ ਹੈ, ਝਿੜਕਾਂ ਅਤੇ ਮਾਰ ਨਾਲ, ਝਿੜਕਾਂ ਨਾਲ ਜਾਂ ਮਾਰ ਨਾਲ ਕੁੱਟਣਾ। ਠੀਕ ਹੈ, ਤਾਂ ਜਿਹੜਾ ਉਹ ਬੱਚਾ ਹੁੰਦਾ ਹੈ ਮਾਰ ਨਾਲ, ਉਹ ਉਸ ਅਵਾਰਾ ਕੁੱਤੇ ਦੀ ਤਰ੍ਹਾਂ ਹੋ ਜਾਂਦਾ, ਸਟ੍ਰੇ ਡੌਗ ਦੀ ਤਰ੍ਹਾਂ ਹੋ ਜਾਂਦਾ। ਵੈਰੀ ਮੱਚ ਲਾਈਕ ਸਟ੍ਰੇ ਡੌਗ। ਸਟ੍ਰੇ ਡੌਗ ਮਤਲਬ ਅਵਾਰਾ ਕੁੱਤੇ ਦੀ ਤਰ੍ਹਾਂ ਹੋ ਜਾਂਦਾ ਹੈ, ਜਿਹਦਾ ਮਾਲਕ ਉਹ ਤੋਂ ਗਵਾਚ ਗਿਆ ਹੋਵੇ, ਯਾਨੀ ਉਹਦਾ ਮਾਲਕ ਤੋਂ ਅਲੱਗ ਹੋ ਗਿਆ ਹੋਵੇ ਉਹ। ਠੀਕ ਹੈ ਬਈ, ਅੱਗੇ ਦੇਖੋ, ਕਹਿੰਦਾ ਹਿਜ਼ ਓਨ ਹੋਮ ਇਜ਼, ਹਿਜ਼ ਓਨ ਹੋਮ ਇਜ਼ ਦ ਓਨਲੀ ਪੈਰਾਡਾਈਜ਼ that a boy of 14 can know। 14 ਜਿਹੜਾ ਸਾਲਾਂ ਦਾ ਬੱਚਾ ਹੁੰਦਾ ਹੈ, 14 ਈਅਰ ਦਾ, ਹਿਜ਼ ਹੋਮ ਇਜ਼ ਓਨਲੀ ਪੈਰਾਡਾਈਜ਼ ਫॉर ਹਿਮ, ਉਹਦਾ ਆਪਣਾ ਘਰ ਹੀ ਉਹਦੇ ਵਾਸਤੇ ਸਵਰਗ ਹੁੰਦਾ ਹੈ। ਠੀਕ ਹੈ, ਜਿਸ ਨੂੰ ਉਹ ਜਾਣਦਾ ਹੁੰਦਾ, ਕੈਨ ਨੋ। ਠੀਕ ਹੈ ਵੀ, 14 ਸਾਲ ਦੇ ਲੜਕੇ ਲਈ ਉਹਦਾ ਆਪਣਾ ਜਿਹੜਾ ਘਰ ਹੈ ਉਹ ਸਵਰਗ ਹੁੰਦਾ ਹੈ, ਜਿਸ ਨੂੰ ਜਾਣਦਾ ਹੈ, ਜਿਹਨੂੰ ਉਹ ਜਾਣਦਾ ਹੈ। ਟੂ ਲਿਵ ਇਨ ਅ ਸਟਰੇਂਜ ਹਾਊਸ, ਇੱਕ ਅਜਨਬੀ ਘਰ ਦੇ ਵਿੱਚ ਰਹਿਣਾ, ਵਿਦ ਸਟਰੇਂਜ ਪੀਪਲ, ਅਤੇ ਸਟਰੇਂਜ ਲੋਕਾਂ ਦੇ ਵਿੱਚ, ਇਜ਼ ਲਿਟਲ ਸ਼ਾਰਟ ਆਫ ਟੌਰਚਰ। ਠੀਕ ਹੈ ਬਈ, ਮਤਲਬ ਅਜਨਬੀ ਲੋਕਾਂ 'ਚ ਰਹਿਣਾ ਕੀ ਹੈ, ਟੌਰਚਰ ਤੋਂ ਘੱਟ ਨਹੀਂ, ਸਜ਼ਾ ਤੋਂ ਘੱਟ ਨਹੀਂ ਹੈਗਾ, ਸਜ਼ਾ ਤੋਂ ਘੱਟ ਨਹੀਂ ਹੈ। ਵਾਈਲ ਇਟ ਇਜ਼ ਹਾਈਟ ਆਫ ਬਲਿਸ ਟੂ ਰਸੀਵ, ਇਟ ਇਜ਼ ਹਾਈਟ ਆਫ ਬਲਿਸ ਟੂ ਰਸੀਵ ਦ ਕਾइंड ਲੁਕਸ ਆਫ ਵੂਮਨ ਐਂਡ ਨੈਵਰ ਸਫਰ ਦੇਅਰ ਸਲਾਈਟ। ਠੀਕ ਹੈ ਬਈ, ਜਿਹੜਾ ਕੀ ਕਹਿੰਦਾ ਵੀ ਔਰਤ ਦਾ ਜਿਹੜਾ ਕਿਰਪਾਲੂ ਪਿਆਰ ਪਾਉਣਾ ਇੱਕ ਆਨੰਦ ਤੋਂ ਘੱਟ ਨਹੀਂ, ਅਤੇ ਉਹਦਾ ਤਿਰਸਕਾਰ ਵੀ ਪ੍ਰਾਪਤ ਕਰਨਾ ਆਨੰਦ ਤੋਂ ਘੱਟ ਨਹੀਂ। ਠੀਕ ਹੈ ਬਈ, ਦੇਖੋ ਕੀ ਕਹਿੰਦਾ ਹੈ, ਹਾਈਟ ਆਫ ਬਲਿਸ। ਹਾਈਟ ਆਫ ਬਲਿਸ ਦਾ ਮਤਲਬ ਹੁੰਦਾ ਹੈ ਉਹਦਾ ਪਿਆਰ ਪਾਉਣਾ। ਠੀਕ ਹੈ, ਕਾइंड ਲੁੱਕ ਆਫ ਵੂਮਨ ਐਂਡ ਨੈਵਰ ਸਫਰ ਦੇਅਰ ਸਲਾਈਟ, ਤੇ ਨੈਵਰ ਸਫਰ ਦੇਅਰ ਸਲਾਈਟ। ਹਾਂਜੀ,
ਇਟ ਵਾਸ ਐਂਗੁਇਸ਼, ਇਟ ਵਾਸ ਐਂਗੁਇਸ਼, ਐਂਗੁਇਸ਼ ਹੁੰਦਾ ਵੀ ਸੰਤਾਪੀ ਦੁੱਖ, ਬਹੁਤ ਜ਼ਿਆਦਾ ਦੁੱਖ। ਟੂ ਫਟਿਕ, ਟੂ ਬੀ ਐਨ ਅਨਵੈਲਕਮ, ਅਨਵੈਲਕਮ ਮਤਲਬ ਅਣਚਾਹਿਆ, ਗੈਸਟ ਮਹਿਮਾਨ। ਇਨ ਹਿਜ਼ ਆਂਟਸ ਹਾਊਸ, ਆਂਟੀ ਦੇ ਹਾਊਸ ਦੇ ਵਿੱਚ। ਕੌਂਸਟੈਂਟਲੀ, ਲਗਾਤਾਰ। ਡਿਸਪਾਈਸਡ, ਨਫ਼ਰਤ। ਸਲਾਈਟਡ, ਬੇਇੱਜ਼ਤ ਹੋਣਾ। ਬਾਏ ਦਿਸ ਐਲਡਰਲੀ, ਵੱਡੀ ਵੂਮਨ। ਤਾਂ ਕੀ ਕਹਿੰਦਾ ਬਈ, ਕਹਿੰਦਾ ਫਟਿਕ ਲਈ ਆਪਣੀ ਜਿਹੜੀ ਆਂਟੀ ਹੈ ਉਹਦੇ ਘਰ ਦੇ ਵਿੱਚ ਅਣਚਾਹਿਆ ਮਹਿਮਾਨ ਦੀ ਤਰ੍ਹਾਂ ਰਹਿਣਾ, ਤੇ ਇਸ ਐਲਡਰਲੀ ਲੇਡੀ ਦੁਆਰਾ, ਵੱਡੀ ਲੇਡੀ ਦੁਆਰਾ ਲਗਾਤਾਰ ਨਫ਼ਰਤ ਅਤੇ ਤਿਰਸਕਾਰ ਹੁੰਦੇ ਰਹਿਣਾ ਉਹਦੇ ਲਈ ਸੰਤਾਪੀ ਦੁੱਖ ਤੋਂ ਘੱਟ ਨਹੀਂ ਸੀ, ਉਹਦੇ ਲਈ ਬਹੁਤ ਜ਼ਿਆਦਾ ਪੀੜ ਤੋਂ ਘੱਟ ਨਹੀਂ ਸੀਗੀ। ਪੀੜ ਮਤਲਬ ਦਰਦ, ਠੀਕ ਹੈ ਵੀ। ਇਫ, ਜੇਕਰ। ਸ਼ੀ ਆਸਕਡ ਹਿਮ ਟੂ ਡੂ ਐਨੀਥਿੰਗ ਫॉर ਹਰ, ਜੇਕਰ ਉਹ ਕੋਈ ਕੰਮ ਕਰਨ ਲਈ ਕਹਿੰਦੀ, ਠੀਕ ਹੈ, ਫॉर ਹਰ, ਉਹਦੇ ਲਈ। ਹੀ ਵੁੱਡ ਬੀ ਸੋ ਓਵਰਜੋਇਡ, ਹੀ ਵੁੱਡ ਬੀ ਸੋ ਓਵਰਜੋਇਡ, overjoyed that his joy would seem exaggerated, his joy ਜ਼ਰੂਰਤ ਤੋਂ ਜ਼ਿਆਦਾ, ਐਗਜ਼ਾਗਰੇਟਡ ਦਾ ਮਤਲਬ ਜ਼ਰੂਰਤ ਤੋਂ ਜ਼ਿਆਦਾ। ਕਹਿੰਦਾ ਜੇਕਰ ਉਹ ਕੁਛ ਕੰਮ ਕਰਨ ਲਈ ਕਹਿੰਦੀ ਤਾਂ ਉਹ ਖੁਸ਼ੀ ਨਾਲ ਭਰ ਜਾਂਦਾ, ਖੁਸ਼ ਹੁੰਦਾ ਉਹ ਬਹੁਤ ਜ਼ਿਆਦਾ, ਤੇ ਉਹਦੀ ਖੁਸ਼ੀ ਸੀ ਜਿਹੜੀ ਉਹ ਜ਼ਰੂਰਤ ਤੋਂ ਜ਼ਿਆਦਾ ਲੱਗਦੀ, ਠੀਕ ਹੈ। ਐਂਡ ਦੈਨ ਸ਼ੀ ਵੁੱਡ ਟੈਲ ਹਿਮ not to be so stupid, but to get on with his lesson। ਤਾਂ ਕੀ ਕਹਿੰਦੀ ਵੀ ਉਹਨੂੰ, ਕਹਿੰਦੀ ਫਿਰ ਉਹਨੂੰ ਕਹਿੰਦੀ ਉਹ ਵੀ ਤੂੰ ਇੰਨਾ ਬੇਵਕੂਫ ਨਾ ਬਣ, ਇੰਨਾ ਬੇਵਕੂਫ ਨਾ ਬਣ, ਠੀਕ ਹੈ। ਆਪਦੀ ਪੜ੍ਹਾਈ ਵੱਲ ਧਿਆਨ ਦੇ, ਸਟੂਪਿਡ ਨਾ ਬਣ, ਕਹਿੰਦੀ ਆਪਦੇ ਲੈਸਨ ਵੱਲ ਧਿਆਨ ਦੇ। ਫਿਰ ਕੀ ਹੈ ਬਈ, ਦੇਅਰ ਵਾਸ ਨੋ ਬੈਕਵਰਡ ਬॉय, देयर was no backward boy, more backward boy in the whole school than ਫਟਿਕ, ਠੀਕ ਹੈ। ਫਟਿਕ ਤੋਂ ਇਲਾਵਾ ਸਕੂਲ ਵਿੱਚ ਹੋਰ ਕੋਈ ਇੰਨਾ ਮੰਦਬੁੱਧੀ ਬੱਚਾ ਨਹੀਂ ਸੀਗਾ, ਠੀਕ ਹੈ, ਮੰਦਬੁੱਧੀ ਬੱਚਾ ਨਹੀਂ ਸੀ। ਹੀ ਗੈਪਡ ਐਂਡ ਗੈਪਡ ਦਾ ਮਤਲਬ ਹੁੰਦਾ ਵੀ ਮੂੰਹ ਪਾੜ ਕੇ ਦੇਖਣਾ ਬਈ, ਐ ਮੂੰਹ ਟੱਡ ਕੇ ਨਹੀਂ ਕਈ ਦੇਖੀ ਜਾਂਦੇ ਇੱਧਰ ਉੱਧਰ ਜਦੋਂ ਗੱਲ ਸਮਝ ਨਾ ਆਵੇ, ਠੀਕ ਹੈ। ਗੈਪਡ ਐਂਡ ਰਿਮੇਨਡ ਸਾਈਲੈਂਟ, ਮੂੰਹ ਫਾੜ ਕੇ ਦੇਖਣਾ ਤੇ ਹਮੇਸ਼ਾ ਸਾਈਲੈਂਟ ਰਹਿਣਾ। ਵੈਨ ਦਾ ਟੀਚਰ ਆਸਕਡ, ਜਦੋਂ ਟੀਚਰ ਉਹਨੂੰ ਪੁੱਛਦਾ, ਅੱਗੇ ਦੇਖੋ, ਹਿਮ ਏ ਕੁਐਸਚਨ, ਉਹਨੂੰ ਕੁਐਸਚਨ ਪੁੱਛਦਾ ਬਈ। ਐਂਡ ਲਾਈਕ ਓਵਰਲੈਡਨ, ਓਵਰਲੈਡਨ ਦਾ ਮਤਲਬ ਹੁੰਦਾ ਬਈ ਵੱਧ ਭਾਰ ਦੇਣਾ, ਜਦੋਂ ਵੱਧ ਭਾਰ ਦੇ ਵਿੱਚ ਕੋਈ ਓਵਰ ਭਾਰ ਆਪਾਂ ਪਾ ਦਿੰਦੇ ਹਾਂ ਉਹਨੂੰ ਓਵਰਲੈਡਨ, ਐਸ ਗਧੇ ਦੀ ਤਰ੍ਹਾਂ, ਵੀ ਵੱਧ ਗਧੇ ਦੇ ਉੱਤੇ ਵੱਧ ਭਾਰ ਪਾਤਾ। ਪੇਸ਼ੈਂਟਲੀ ਸਫਰਡ ਦਾ ਮੈਨੀ ਥ੍ਰੈਸ਼ਿੰਗਸ ਹੁੰਦੀ ਹੈ ਕੁੱਟ,
ਠੀਕ ਹੈ ਬਈ, ਥ੍ਰੈਸ਼ਿੰਗ ਹੁੰਦੀ ਹੈ ਕੁੱਟ। that were meted out to him, ਵੀ ਜਦੋਂ ਅਧਿਆਪਕ ਉਹਨੂੰ ਪ੍ਰਸ਼ਨ ਪੁੱਛਦਾ ਤਾਂ ਉਹ ਤੱਕਦਾ ਰਹਿੰਦਾ ਤੇ ਚੁੱਪ ਰਹਿੰਦਾ ਅਤੇ ਲੱਦੂ ਖੋਤੇ ਦੀ ਤਰ੍ਹਾਂ ਯਾਨੀ ਗਧੇ ਦੀ ਤਰ੍ਹਾਂ ਚੁੱਪਚਾਪ ਮਾਰ ਸਹਿੰਦਾ ਰਹਿੰਦਾ ਬਈ। ਠੀਕ ਹੈ, ਜਿਹੜੀਆਂ ਉਹਨੂੰ ਥੱਪੜੇ ਪੈਂਦੇ ਉਹ ਸਹਿੰਦਾ ਰਹਿੰਦਾ। ਠੀਕ ਹੈ, ਵੈਨ ਜਦੋਂ ਅਦਰ ਬॉयਜ਼ ਦੂਜੇ ਲੜਕੇ ਵਰ ਆਊਟ ਐਟ ਪਲੇ। ਠੀਕ ਹੈ, ਜਦੋਂ ਦੂਜੇ ਲੜਕੇ ਬਾਹਰ ਖੇਡ ਰਹੇ ਹੁੰਦੇ ਹੀ ਸਟੁੱਡ ਬਿਸਟਫੁਲੀ। ਹੀ ਸਟੁੱਡ ਬਿਸਟਫੁਲੀ ਹੁੰਦੀ ਹੈ ਉਦਾਸੀ। ਵਾਏ ਦਾ ਵਿੰਡੋ, ਵਿੰਡੋ ਦੇ ਉੱਤੇ ਆਪਣਾ ਖੜ ਜਾਂਦਾ ਉਹ। ਐਂਡ ਗੇਜ਼ਡ, ਗੇਜ਼ਡ ਮਤਲਬ ਹੁੰਦਾ ਦੇਖਣਾ। ਠੀਕ ਹੈ, ਗੇਜ਼ਡ ਐਟ ਰੂਫਸ ਆਫ ਦਾ ਡਿਸਟੈਂਸ ਹਾਊਸਸ। ਠੀਕ ਹੈ, ਜਦੋਂ ਬੱਚੇ ਖੇਡ ਰਹੇ ਹੁੰਦੇ ਤਾਂ ਉਹ ਖਿੜਕੀ ਵਿੱਚ ਦੂਰ ਦੇ ਘਰਾਂ ਦੀਆਂ ਛੱਤਾਂ ਦੇਖਦਾ ਰਹਿੰਦਾ। ਗੇਜ਼ਡ ਐਟ ਦਾ ਰੂਫ ਆਫ ਦਾ ਡਿਸਟੈਂਸ ਹਾਊਸ, ਦੂਰ ਦੇ ਘਰਾਂ ਦੀਆਂ ਛੱਤਾਂ ਦੇਖਦਾ ਰਹਿੰਦਾ। ਐਂਡ ਇਫ ਬਾਈ ਚਾਂਸ ਹੀ ਐਸਪੀਡ, ਐਸਪੀਡ ਮਤਲਬ ਦੇਖਣਾ ਕੋਈ ਚੀਜ਼। ਚਿਲਡਰਨ ਪਲੇਇੰਗ ਔਨ ਦਾ ਓਪਨ ਟੈਰਿਸ ਆਫ ਦਾ ਰੂਫ, ਖੁੱਲੀ ਛੱਤ। ਟੈਰਿਸ ਦਾ ਮਤਲਬ ਖੁੱਲੀ ਛੱਤ, ਟੈਰਿਸ ਆਫ ਰੂਫ ਦਾ ਮਤਲਬ ਖੁੱਲੀ ਛੱਤ। ਹਿਜ਼ ਹਾਰਟ ਵੁੱਡ ਏਚ ਵਿਦ ਲੌਂਗਿੰਗ, ਜਦੋਂ ਉਹ ਅਚਾਨਕ ਬੱਚਿਆਂ ਨੂੰ ਖੁੱਲੀ ਛੱਤ ਦੇ ਉੱਤੇ, ਠੀਕ ਹੈ, ਬਾਈ ਚਾਂਸ ਦੇਖਦਾ, ਖੁੱਲੀ ਛੱਤ ਦੇ ਉੱਤੇ ਖੇਡਦਾ, ਤਾਂ ਉਹਦਾ ਦਿਲ ਹੈ ਜਿਹੜਾ ਇੱਛਾ ਨਾਲ ਭਰ ਜਾਂਦਾ। ਕਾਹਦੇ ਨਾਲ ਭਰ ਜਾਂਦਾ ਵੀ? ਇੱਛਾ ਨਾਲ ਭਰ ਜਾਂਦਾ। ਵਨ ਡੇ ਹੀ ਸਮਨਡ ਅਪ ਆਲ ਹਿਸ ਕਰੇਜ। ਇੱਕ ਦਿਨ ਉਹਨੇ ਆਪਦਾ ਸਾਰਾ ਜਿਹੜਾ ਸਾਹਸ ਇਕੱਠਾ ਕਰਕੇ ਆਪਦੇ ਮਾਮੇ ਨੂੰ ਪੁੱਛਿਆ। ਸਮਨਡ ਮਤਲਬ ਇਕੱਠਾ ਕਰਨਾ, ਸਮਨਡ ਅਪ ਇਕੱਠਾ ਕਰਨਾ, ਕਰੇਜ ਮਤਲਬ ਹੌਸਲਾ। ਠੀਕ ਹੈ, ਐਂਡ ਆਸਕਡ ਹਿਜ਼ ਅੰਕਲ, ਆਪਦੇ ਮਾਮੇ ਨੂੰ ਪੁੱਛਿਆ, ਅੰਕਲ ਵੈਨ ਕੈਨ ਆਈ ਗੋ ਹੋਮ, ਮੈਂ ਕਦੋਂ ਘਰ ਜਾ ਸਕਦਾ। ਹਿਜ਼ ਅੰਕਲ ਆਨਸਰਡ, ਉਹਦੇ ਅੰਕਲ ਨੇ ਆਨਸਰ ਦਿੱਤਾ, ਵੇਟ ਟਿਲ ਦਾ ਹੌਲੀਡੇਜ਼ ਕਮ, ਛੁੱਟੀਆਂ ਤੱਕ ਇੰਤਜ਼ਾਰ ਕਰ। ਉਹਦੇ ਮਾਮੇ ਨੇ ਜਵਾਬ ਦਿੱਤਾ, ਛੁੱਟੀਆਂ ਤੱਕ ਇੰਤਜ਼ਾਰ ਕਰ। ਵਟ ਦਾ ਹੌਲੀਡੇਜ਼ ਵੁੱਡ ਨਾਟ ਕਮ ਟਿਲ ਅਕਟੂਬਰ ਐਂਡ ਦੇਅਰ ਵਾਜ਼ ਸਟਿਲ ਆ ਲੌਂਗ ਟਾਈਮ ਟੂ ਵੇਟ। ਕਹਿੰਦਾ ਪਰ ਛੁੱਟੀਆਂ ਦਾ ਵਕਤ ਹੈ ਜਿਹੜਾ, ਕੀ ਕਹਿੰਦਾ ਵੀ, ਛੁੱਟੀਆਂ ਦਾ ਜਿਹੜਾ ਵਕਤ ਹੈ ਉਹਦਾ ਬਹੁਤ ਇੰਤਜ਼ਾਰ ਕਰਨ ਵਾਲਾ ਹੈ। ਕਹਿੰਦਾ ਕਿਉਂ, ਜੋ ਛੁੱਟੀਆਂ ਤਾਂ ਅਕਤੂਬਰ 'ਚ ਹੋਣੀਆਂ ਨੇ। ਕਹਿੰਦਾ ਬਟ ਹੋਲੀਡੇਜ਼ ਵੁੱਡ ਕਮ ਨਾਟ ਕਮ, ਅਕਤੂਬਰ ਤੱਕ ਨਹੀਂ ਹੋਣੀਆਂ ਕਹਿੰਦਾ ਛੁੱਟੀਆਂ ਤਾਂ, ਇਸ ਕਰਕੇ ਬਹੁਤ ਜ਼ਿਆਦਾ ਵੇਟ ਕਰਨੀ ਪਊਗੀ। ਠੀਕ ਹੈ, ਦੇਖੋ ਅੱਗੇ। one day Fatik lost his lesson book। ਇੱਕ ਦਿਨ ਫਟਿਕ ਆਪਣੀ ਪਾਠ ਪੁਸਤਕ ਗਵਾ ਬੈਠਾ ਬਈ। ਈਵਨ with the help of books he had found it very difficult to prepare his lesson। ਕਹਿੰਦਾ ਵੀ ਪਾਠ ਪੁਸਤਕ ਦੀ ਮਦਦ ਦੇ ਨਾਲ ਉਹਨੂੰ ਪਾਠ ਤਿਆਰ ਕਰ, ਈਵਨ ਵਿਦ ਦਾ ਹੈਲਪ ਆਫ ਲੈਸਨ ਬੁੱਕ, ਲੈਸਨ ਜਿਹੜੀ ਬੁੱਕ ਦੀ ਹੈਲਪ ਦੇ ਨਾਲ ਵੀ ਉਹਨੂੰ ਆਪਦਾ ਜਿਹੜਾ ਲੈਸਨ ਤਿਆਰ ਕਰਨਾ ਬਹੁਤ ਜ਼ਿਆਦਾ ਕੀ ਸੀਗਾ, ਔਖਾ ਸੀ, ਉਹਦੇ ਔਖਾ ਲੱਗਦਾ ਸੀ। ਵਟ ਨਾਓ ਹੁਣ
ਇਟ ਬਿਕਮ ਇੰਪੋਸੀਬਲ, ਹੁਣ ਤਾਂ ਉਹਦੇ ਵਾਸਤੇ ਸੰਭਵ ਹੋ ਗਿਆ। ਠੀਕ ਹੈ। ਡੇ ਆਫਟਰ ਡੇ ਟੀਚਰ ਕੇਨਡ ਹਿਮ ਅਨਮਰਸੀਫੁਲੀ। ਅਨਮਰਸੀਫੁਲੀ ਮਤਲਬ ਬੇਰਹਿਮੀ ਨਾਲ। ਡੇ ਆਫਟਰ ਡੇ ਹਰ ਰੋਜ਼ ਅਧਿਆਪਕ ਉਹਨੂੰ ਕੇਂਡ ਮਤਲਬ ਬੈਂਤਾਂ ਜਾਂ ਡੰਡੇ। ਠੀਕ ਹੈ। ਟੀਚਰ ਉਹਨੂੰ ਅਨਮਰਸੀਫੁਲੀ ਬੇਰਹਿਮੀ ਨਾਲ ਕੁੱਟਦਾ, ਬੈਂਤਾਂ ਮਾਰਦਾ ਉਹਦੇ। ਹੀ ਬਿਕੇਮ ਸੋ ਐਬਜੈਕਟਲੀ ਮਿਜ਼ਰੇਬਲ ਦੈਟ, ਐਬਜੈਕਟਲੀ ਮਿਜ਼ਰੇਬਲ ਦਾ ਮਤਲਬ ਹੁੰਦਾ ਹੈ ਤਰਸਯੋਗ ਹਾਲਤ। ਠੀਕ ਹੈ ਬਈ, ਤਰਸਯੋਗ ਹਾਲਤ। ਠੀਕ ਹੈ। ਦੈਟ ਈਵਨ ਹਿਜ਼ ਕਜ਼ਨਜ਼ ਵਰ ਅਸ਼ੇਮਡ ਟੂ ਓਨ ਹਿਮ। ਤਾਂ ਕੀ ਹੈ ਬਈ, ਮਤਲਬ ਇੰਨਾ ਜ਼ਿਆਦਾ ਉਹ ਕੀ ਹੋ ਗਿਆ, ਦੁਖੀ ਹੋ ਗਿਆ, ਇੰਨਾ ਜ਼ਿਆਦਾ। ਹੀ ਬਿਕੇਮ ਸੋ ਐਬਜੈਕਟਲੀ, ਤਰਸਯੋਗ ਹਾਲਤ। ਉਹ ਇੰਨੀ ਜ਼ਿਆਦਾ ਮਤਲਬ ਤਰਸਯੋਗ ਹਾਲਤ ਦੇ ਵਿੱਚ ਆ ਗਿਆ ਵੀ ਉਹਦੇ ਮਤਲਬ ਜਿਹੜੇ ਮਾਮੇ ਦੇ ਜਿਹੜੇ ਬੱਚੇ ਸੀਗੇ, ਠੀਕ ਆ, ਉਹਨਾਂ ਨੂੰ ਵੀ ਭਾਈ ਕਹਿਣ ਦੇ ਵਿੱਚ ਸ਼ਰਮ ਆਉਣ ਲੱਗ ਗਈ ਵੀ ਇਹ ਸਾਡੇ ਮਾਮੇ ਦਾ ਮੁੰਡਾ ਹੈ। ਅਸ਼ੇਮਡ, ਸ਼ਰਮ ਆਉਣ ਲੱਗ ਗਈ। ਉਹ ਕਹਿੰਦੇ ਨਾ ਵੀ ਇਹ ਸਾਡਾ ਹੈ। ਓਨ ਹਿਮ ਮਤਲਬ ਅਪਣਾਉਣ ਦੀ ਗੱਲ ਹੁੰਦੀ ਹੈ, ਵੀ ਆਪਾਂ ਕਹਿੰਦੇ ਆ ਵੀ ਇਹ ਮੇਰਾ ਭਾਈ ਹੈ, ਤਾਂ ਉਹਨੂੰ ਸ਼ਰਮ ਆਉਣ ਲੱਗ ਗਈ ਬਈ ਉਹਨਾਂ ਨੂੰ। ਠੀਕ ਹੈ। ਕਿਉਂਕਿ ਬਹੁਤ ਜ਼ਿਆਦਾ ਟੀਚਰ ਮਾਰਦਾ, ਉਹਨੂੰ ਕੁਛ ਨਹੀਂ ਆਉਂਦਾ ਸੀਗਾ, ਨਲਾਇਕ ਹੋ ਗਿਆ ਉਹ। ਦੇ ਬਿਗਨ ਟੂ jeer and insult him more than even the other boys did। ਤਾਂ ਵੀ ਜੀਅਰ ਮਤਲਬ ਹੁੰਦਾ ਮਜ਼ਾਕ ਉਡਾਉਣਾ। ਜੀਅਰ ਦਾ ਮਤਲਬ ਕੀ ਹੁੰਦਾ ਹੈ, ਦੇ ਬਿਗਨ ਟੂ ਜੀਅਰ ਐਂਡ ਇਨਸਲਟ ਹਿਮ ਮੋਰ ਦੈਨ ਈਵਨ ਦਾ ਅਦਰ ਬॉयਜ਼ ਡਿਡ। ਜਿੰਨਾ ਦੂਜੇ ਬੱਚੇ ਉਹਦੇ ਨਾਲ ਕਰਦੇ ਸੀਗੇ, ਮਜ਼ਾਕ ਉਡਾਉਂਦੇ ਸੀ, ਉਦੋਂ ਵੱਧ ਉਹ ਉਡਾਉਣ ਲੱਗੇ ਉਹਦੇ ਮਾਮੇ ਦੇ ਮੁੰਡੇ। ਐਟ ਲਾਸਟ ਹੀ ਵੈਂਟ ਟੂ ਹਿਜ਼ ਆਂਟ। ਲਾਸਟ ਦੇ ਵਿੱਚ ਉਹ ਕਿਹਦੇ ਕੋਲ ਗਿਆ, ਆਪਦੀ ਆਂਟੀ ਕੋਲੇ ਗਿਆ, ਮਾਮੀ ਕੋਲੇ। ਐਂਡ ਟੋਲਡ ਹਰ, ਉਹਨੂੰ ਦੱਸਿਆ, ਦੈਟ ਹੀ ਹੈਡ ਲੋਸਟ ਹਿਜ਼ ਲੈਸਨ ਬੁੱਕ। ਠੀਕ ਹੈ ਬਈ, ਉਹਨੂੰ ਦੱਸਿਆ ਵੀ ਉਹਦੀ ਜਿਹੜੀ ਪੁਸਤਕ ਹੈ ਜਿਹੜੀ ਉਹ ਗਵਾ ਚੁੱਕਾ ਹੈ, ਉਹਦੀ ਜਾਂ ਉਹਦੀ ਪੁਸਤਕ ਹੈ ਜਿਹੜੀ ਉਹ ਗੁੰਮ ਹੋ ਗਈ। ਠੀਕ ਹੈ ਬਈ, ਠੀਕ ਹੈ ਬੇਟਾ, ਓਕੇ। ਇਹ ਸੈਕਿੰਡ ਪਾਰਟ ਹੈ, ਇਹਦਾ ਥਰਡ ਪਾਰਟ ਬਾਅਦ 'ਚ ਦੱਸਾਂਗਾ ਤੁਹਾਨੂੰ।